अस्सलाम वालेकुम वालेकुम सलाम। जी। मुबारक साहब, ਤੁਸੀਂ ਕੋਈ ਗੱਲ ਪੁੱਛਣਾ ਚਾਹੁੰਦੇ ਸੋ? ਹਾਂਜੀ ਜੀ। ਬਿਸ਼ਾਰਤ ਸਾਹਿਬ, ਤੁਹਾਡੀ ਇੱਕ ਨਜ਼ਮ ਆ, ਹਾਂਜੀ। ਇੰਜ ਵੀ ਉਹ ਚੌਧਰੀ ਤੇ ਉਂਝ ਵੀ ਉਹ ਚੌਧਰੀ। ਅੱਛਾ ਅੱਛਾ ਅੱਛਾ। ਹਾਂ, ਉਹ ਨਜ਼ਮ ਦਾ ਉਨਵਾਨ ਜਿਹੜਾ ਹੈ ਉਹ ਚੌਧਰੀ ਹੈ। ਤੇ ਇਹ ਨਜ਼ਮ ਲਿਖਣ ਦੇ ਵਾਸਤੇ ਬੜਾ ਲੰਬਾ ਅਰਸਾ ਜਿਹੜਾ ਸੀ ਉਹ ਚਾਹੀਦਾ ਸੀ ਮੈਨੂੰ। ਉਹਦੇ ਵਿੱਚ ਜਿਹੜੇ ਹਕਾਇਕ ਜਿਹੜੇ ਨੇ ਉਹ ਬਿਆਨ ਕੀਤੇ ਨੇ। ਮੈਂ ਚਾਹੁੰਦਾ ਸੀ ਕਿ ਜਿੰਨੀ 100% ਤੇ ਨਹੀਂ, ਲੇਕਿਨ ਜਿੰਨੀ ਵੀ ਜ਼ਿਆਦਾ ਤੋਂ ਜ਼ਿਆਦਾ ਉਹ ਸੱਚਾਈ ਦੇ ਉੱਤੇ ਮਬਨੀ ਹੋਵੇ ਚੀਜ਼ਾਂ, ਉਹਨਾਂ ਨੂੰ ਮੈਂ ਸ਼ਾਮਲ ਕਰਾਂ। ਜਿੱਥੋਂ ਤੱਕ ਇਸ ਨਜ਼ਮ ਦੇ ਉਨਵਾਨ ਦਾ ਤਲਕ ਹੈ, ਉਹ ਚੌਧਰੀ ਹੈ। ਮੇਰੇ ਨਜ਼ਦੀਕ ਚੌਧਰੀ ਜਿਹੜਾ ਲਫ਼ਜ਼ ਹੈ ਉਹ ਚੌਧਰੀ यानी 4 दरवाजे, दर दरवाजे, चार चौधरी ਇਹਦੇ ਨਾਲ ਮਿਲ ਕੇ ਤੇ ਬਣਦਾ ਹੈ, ਯਾਨੀ 4 ਦਰਵਾਜ਼ੇ ਵਾਲਾ ਬੰਦਾ, ਜਿਹਦੇ ਚਾਰੇ ਦਰਵਾਜ਼ੇ ਕਰਦੇ ਜਿਹੜੇ ਨੇ ਖਿਦਮਤ ਖਲਕ ਦੇ, ਬਣੀ ਨੂੰ ਇਨਸਾਨ ਦੇ ਨਾਲ ਮੁਹੱਬਤ ਦੇ, ਸਖਾਵਤ ਦੇ ਔਰ ਹਮਦਰਦੀ ਦੇ, ਇਬਾਦਤ ਦੇ, ਖੁਦਾ ਖੌਫੀ ਦੇ, ਇਹ ਸਾਰੇ ਦਰਵਾਜ਼ੇ ਜਿਹਦੇ ਖੁੱਲ੍ਹੇ ਰਹਿਣ ਬਣੀ ਨੂੰ ਇਨਸਾਨ ਦੇ ਵਾਸਤੇ, ਮੇਰੇ ਨਜ਼ਦੀਕ ਉਹਨੂੰ ਕਹਿੰਦੇ ਨੇ ਚੌਧਰੀ, ਯਾਨੀ 4 ਦਰਵਾਜ਼ੇ ਵਾਲਾ। ਜਿਸ ਤਰ੍ਹਾਂ ਚੌਬੁਰਜੀ ਹੈ ਲਾਹੌਰ ਦੇ ਵਿੱਚ, 4 ਬੁਰਜਾਂ ਵਾਲੀ, ਜਿਹਦੇ 4 ਮੀਨਾਰ ਨੇ। ਇਹ ਹੀ ਅਸਲ ਮੇਰੇ ਨਜ਼ਦੀਕ ਇਸ ਲਫ਼ਜ਼ ਦੀ ਜਿਹੜੀ ਤਸ਼ਰੀਹ ਹੈ ਤੇ ਇਹਦੇ ਮਾਇਨੇ ਜਿਹੜੇ ਨੇ, ਇਹ ਬਿਲਕੁਲ ਸਹੀ ਤੇ ਮਾਕੂਲ ਨੇ। ਬਾਕੀ ਆਪਣੀ ਮਰਜ਼ੀ ਦੇ ਮੁਤਾਬਕ ਕੋਈ ਹੋਰ ਵੀ ਮਾਨੀ ਕਰ ਲੇ ਤੇ ਸਾਨੂੰ ਕੀ ਇਤਰਾਜ਼ ਹੋ ਸਕਦਾ ਹੈ। ਸਦੀਆਂ ਤੋਂ ਇਹ ਜਿਹੜਾ ਚੌਧਰੀ ਦਾ ਲਕਬ ਹੈ, ਇਸ ਤਰੀਕੇ ਦੇ ਨਾਲ ਕੁਝ ਮੈਂ ਇਹਦੇ 'ਤੇ ਤਹਿਕੀਕ ਕੀਤੀ ਤੇ ਮੈਂ ਦੇਖਿਆ ਕਿ ਐਸੇ ਲੋਕ ਜਿਹੜੇ ਬੇਗਰਜ਼ ਬਣੀ ਨੂੰ ਇਨਸਾਨ ਦੇ ਨਾਲ ਮੁਹੱਬਤ ਕਰਦੇ ਸੀ, ਉਹਨਾਂ ਦੀ ਖਿਦਮਤ ਕਰਦੇ ਸੀ, ਉਹਨਾਂ ਦੇ ਨਾਲ ਪਿਆਰ ਕਰਦੇ ਸੀ, ਤੇ ਉਹਨਾਂ ਨੂੰ ਲੋਕ ਖੁਦ ਬ ਖੁਦ ਅਵਾਮ ਉਨਾਸ ਜਿਹੜੇ ਸੀ ਉਹ ਚੌਧਰੀ ਕਹਿਣਾ ਸ਼ੁਰੂ ਕਰ ਦਿੰਦੇ ਸੀ ਕਿ ਇਹ ਬੰਦਾ ਇੰਨੀ ਖਿਦਮਤ ਕਰਦਾ ਹੈ, ਇਹਦੇ 'ਚ ਇੰਨੀਆਂ ਸਫਾਤ ਪਾਈ ਜਾਂਦੀਆਂ ਨੇ ਕਿ ਇਹਨੂੰ ਚੌਧਰੀ ਕਹਿ ਦਿੱਤਾ ਜਾਏ, ਚੌਧਰੀ। ਅਤੇ ਉਹ ਇਨਕਸਾਰੀ ਅਤੇ ਆਜਜ਼ੀ ਅਤੇ ਸ਼ਰਮੋ ਹਯਾ ਵਾਲਾ ਇਨਸਾਨ ਜਿਹੜਾ ਹੁੰਦਾ ਸੀ, ਜਿਹਨੂੰ ਚੌਧਰੀ ਕਹਿੰਦੇ ਸੀ ਲੋਕੀ, ਉਹ ਅੱਗੋਂ ਕਹਿੰਦਾ ਸੀ ਕਿ ਮੇਰੀ ਖਿਦਮਤ ਇੰਨੀ ਕਿੱਥੇ, ਮੈਂ ਇਸ ਕਾਬਲ ਕਿੱਥੇ ਕਿ ਮੈਂ ਚੌਧਰੀ ਅਖਵਾ ਸਕਾਂ। ਮੈਂ ਤਾਂ ਇੱਕ ਨਾਚੀਜ਼ ਜਿਹਾ, ਹਕੀਰ ਜਿਹਾ ਤੁਹਾਡਾ ਚਾਕਰ ਹਾਂ, ਤੁਹਾਡੀ ਖਿਦਮਤ ਕਰਨ ਵਾਲਾ। ਇਹ ਤੌਫੀਕ ਅੱਲਾਹ ਤਾਲਾ ਦੀ ਜ਼ਾਤ ਨੇ ਮੈਨੂੰ ਦਿੱਤੀ ਹੈ ਅਤੇ ਮੈਂ ਇਹ ਕਰ ਰਿਹਾ। ਉਹਦੀ ਫੀਲਿੰਗ ਜਿਹੜੀ ਹੁੰਦੀ ਸੀ, ਉਹਦੇ ਜਜ਼ਬਾਤ ਜਿਹੜੇ ਹੁੰਦੇ ਸੀ ਜਵਾਬ ਦੇ ਵਿੱਚ, ਉਹ ਕੁਝ ਇਸ ਕਿਸਮ ਦੇ ਜਿਹੜੇ ਸੀ ਉਹ ਹੁੰਦੇ ਸੀ। ਠੀਕ ਹੈ, ਠੀਕ। ਇਹਦੇ ਨਾਲ ਮਿਲਦੀ ਜੁਲਦੀ ਇੱਕ ਗੱਲ ਹੋਰ ਹੈ ਕਿ ਜਿਸ ਤਰ੍ਹਾਂ ਇਹ ਮੌਲਵੀ ਕਿਸੇ ਜ਼ਮਾਨੇ ਦੇ ਵਿੱਚ ਕਹਿੰਦੇ ਸੀ ਮੌਲਾ ਵਾਲੇ ਨੂੰ, ਮੌਲਾ ਅੱਲਾਹ ਤਾਲਾ ਦੀ ਜ਼ਾਤ, ਯਾਨੀ ਮੌਲਾ ਵਾਲਾ ਜਿਹੜਾ ਸੀ ਉਹਨੂੰ ਕਹਿੰਦੇ ਸੀ ਮੌਲਵੀ, ਯਾਨੀ ਜਿਹਦਾ ਰੱਬ ਦੇ ਨਾਲ ਤਲਕ ਹੈ, ਮੌਲਾ ਦੇ ਨਾਲ ਤਲਕ ਹੈ ਜਿਹੜਾ, ਉਹਨੂੰ ਕਹਿੰਦੇ ਸੀ ਮੌਲਵੀ। ਵਕਤ ਬਦਲਿਆ, ਜਿਸ ਤਰੀਕੇ ਦੇ ਨਾਲ ਜਦੋਂ ਕੋਈ ਕੌਮ ਜ਼ਵਾਲ ਪਜ਼ੀਰ ਹੁੰਦੀ ਹੈ ਅਤੇ ਉਹਦੀਆਂ ਸੋਹਣੀਆਂ ਕਦਰਾਂ ਜਿਹੜੀਆਂ ਨੇ ਉਹ ਵੀ ਆਹਿਸਤਾ ਆਹਿਸਤਾ ਜ਼ਵਾਲ ਪਜ਼ੀਰ ਹੋ ਜਾਂਦੀਆਂ ਨੇ। ਅੱਜ ਦਾ ਮੌਲਵੀ ਜਿਹੜਾ ਹੈ, ਉਹਦੇ ਮਤਲਬ ਜੋ ਖੁਦਾ ਅਤੇ ਉਹਦੇ ਰਸੂਲ ਨੇ ਕਿਹਾ ਹੈ, ਉਹ ਵੀ ਸਾਰਿਆਂ ਨੂੰ ਪਤਾ ਹੈ ਕਿ ਉਹ ਇਸ ਦੌਰ ਦੀ ਬਦਤਰੀਨ ਮਖਲੂਕ ਜਿਹੜੀ ਉਹ ਹੋਏਗਾ। ਅਤੇ ਜੋ ਬੁਰਾਈ ਜਿਹੜੀ ਹੈ ਜ਼ਮਾਨੇ ਦੀ, ਉਹ ਬੇਸ਼ੁਮਾਰ ਜਿਹੜੇ ਨੇ ਮੌਲਵੀ ਉਹਨਾਂ ਦੇ ਵਿੱਚ ਪਾਈ ਜਾਂਦੀ ਹੈ। ਸਾਰੇ ਨਹੀਂ ਮੈਂ ਕਹਿੰਦਾ, ਬੜੇ ਬੜੇ ਅੱਛੇ ਵੀ ਖੁਦਾ ਦਾ ਖੌਫ ਰੱਖਣ ਵਾਲੇ ਆਲਾ ਕਿਸਮ ਦੇ ਉਲਮਾ ਵੀ ਹੈਗੇ ਨੇ, ਲੇਕਿਨ ਕਾਫੀ ਐਸੇ ਨੇ ਜਿਨ੍ਹਾਂ ਦੇ ਵਿੱਚ ਉਹ ਬੁਰਾਈ ਜਿਹੜੀ ਉਹ ਪਾਈ ਜਾਂਦੀ ਹੈ। ਇਸੇ ਤਰੀਕੇ ਨਾਲ ਜਦੋਂ ਸੁਸਾਇਟੀ ਜ਼ਵਾਲ ਪਜ਼ੀਰ ਹੋਈ, ਅਤੇ ਸੁਸਾਇਟੀ ਜਦੋਂ ਜ਼ਵਾਲ ਪਜ਼ੀਰ ਹੋਈ ਅਤੇ ਚੌਧਰੀ ਦਾ ਮਫਹੂਮ ਵੀ ਬਦਲ ਗਿਆ ਅਤੇ ਚੌਧਰੀਆਂ ਦੀ ਇੱਕ ਖੇਪ ਪੈਦਾ ਹੋ ਗਈ, ਬਹੁਤ ਵੱਡੀ ਸਾਰੀ। ਜਿਹੜੇ ਉਹਨਾਂ ਨੂੰ ਕੋਈ ਕਵੇ ਜਾਂ ਨਾ, ਉਹ
ਆਪਣੇ ਆਪ ਹੀ ਚੌਧਰੀ ਬਣ ਗਏ। ਅੱਛਾ ਉਹਨਾਂ ਨੇ ਹਰ ਜਗ੍ਹਾ ਦੇ ਉੱਤੇ ਨਾਂ ਦੇ ਅੱਗੇ ਵੀ ਤੇ ਪਿੱਛੇ ਵੀ ਤੇ ਹਰ ਥਾਂ ਦੇ ਉੱਤੇ ਐਲਾਨ ਕਰਨਾ ਸ਼ੁਰੂ ਕਰ ਦਿੱਤਾ, ਸਾਨੂੰ ਚੌਧਰੀ ਕਹੋ। ਮਿਸਾਲ ਦੇ ਤੌਰ ਤੇ ਤੁਹਾਡਾ ਇੱਕ ਦੋਸਤ ਹੈ ਹਾਂਜੀ ਮੁਹੰਮਦ ਅਕਰਮ, ਠੀਕ ਹੈ ਤੇ ਤੁਸੀਂ ਉਹਨੂੰ ਸਕੂਲ ਦੇ ਜ਼ਮਾਨੇ ਦੇ ਵਿੱਚ ਅੱਕੂ ਅੱਕੂ ਕਹਿੰਦੇ ਸੋ, ਜਿਸ ਤਰ੍ਹਾਂ ਕਿ ਤਾਲਬ ਇਲਮੀ ਦੇ ਜ਼ਮਾਨੇ ਦੇ ਵਿੱਚ ਤੀਜੀ ਚੌਥੀ ਪੰਜਵੀਂ ਜਮਾਤ, ਖਾਸ ਤੌਰ ਤੇ ਹਾਈ ਸਕੂਲ ਤੱਕ ਠੀਕ ਹੈ ਹਰ ਲੜਕੇ ਦਾ ਇੱਕ ਉਲਟਾ ਨਾਮ ਜਿਹੜਾ ਉਹ ਦੋਸਤਾਂ ਨੇ ਰੱਖਿਆ ਹੁੰਦਾ, ਨਿਕ ਨਾਮ ਵੀ ਉਹਨੂੰ ਕਹਿ ਸਕਦੇ ਹਾਂ। ਹਾਂਜੀ ਤੇ ਤੁਸੀਂ ਤੇ ਉਹਨੂੰ ਅੱਕੂ ਕਹਿੰਦੇ ਰਹੇ। ਠੀਕ ਤੇ ਉਹ ਸਕੂਲ ਤੋਂ ਬਾਅਦ ਪੜ੍ਹ ਲਿਖ ਗਿਆ, ਇਹ ਉਹ ਤਰੱਕੀ ਕਰ ਗਿਆ, ਮਾਲੀ ਹਾਲਤ ਕੁਛ ਅੱਛੀ ਹੋ ਗਈ। ਅੱਛਾ ਤੇ ਉਸ ਬੰਦੇ ਨੇ 20 ਸਾਲ ਬਾਅਦ ਜਾਂ 30 ਸਾਲ ਬਾਅਦ ਉਹ ਤੁਹਾਨੂੰ ਮਿਲਿਆ ਠੀਕ ਤੇ ਤੁਸੀਂ ਉਹਨੂੰ ਪੁੱਛਿਆ, ਸੁਣਾ ਵੀ ਅੱਕੂ ਕੀ ਹਾਲ ਹੈ? ਅੱਛਾ ਤੁਸੀਂ ਤੇ ਉਸੇ ਹਿਸਾਬ 'ਚ ਗੱਲ ਕੀਤੀ ਨਾ ਵੀ ਮੇਰਾ ਲੰਗੋਟੀਆ ਮਿਲਿਆ ਮੈਨੂੰ। ਜੀ ਤੇ ਉਹ ਅੱਗੋਂ ਤੁਹਾਨੂੰ ਇਹ ਗੱਲ ਕਹਿੰਦਾ ਹੈ ਕਿ ਮੁਬਾਰਕ, ਮੈਂ ਠੀਕ ਹੈ ਹਾਲ ਮੇਰਾ, ਕੱਲ੍ਹ ਮੈਂ ਲਾਹੌਰ ਗਿਆ ਸੀ ਅੱਛਾ ਤੇ ਉੱਥੇ ਮੈਨੂੰ ਸਲਾਮ ਮਿਲਿਆ ਸੀ। ਅੱਛਾ ਸਲਾਮੂ, ਅਬਦੁਲ ਸਲਾਮ ਨੂੰ ਕਿਸੇ ਨੂੰ ਉਹ ਕਹਿੰਦਾ ਸਲਾਮੂ, ਠੀਕ ਹੈ ਉੱਥੇ ਮੈਨੂੰ ਸਲਾਮੂ ਮਿਲਿਆ ਸੀ। ਤੇ ਅੱਛਾ ਉਹ ਮੈਨੂੰ ਕਹਿਣ ਲੱਗਾ, ਚੌਧਰੀ ਅਕਰਮ ਤੇਰਾ ਕੀ ਹਾਲ ਹੈ? ਠੀਕ ਹੈਂ, ਯਾਨੀ ਉਹਨੇ ਤੁਹਾਨੂੰ ਦੱਸ ਦਿੱਤਾ ਕਿ ਮੈਂ ਅੱਕੂ ਨਹੀਂ, ਨਾ ਮੈਂ ਅਕਰਮ ਹਾਂ, ਮੈਂ ਹੁਣ ਚੌਧਰੀ ਹੋ ਗਿਆ। ਅੱਛਾ ਉਹਨੇ ਮੈਨੂੰ ਕਿਹਾ ਕਿ ਚੌਧਰੀ ਅਕਰਮ ਕੀ ਹਾਲ ਹੈ ਤੇਰਾ? ਪਰ ਚੌਧਰੀ ਅਕਰਮ ਜੋ ਤੂੰ ਹੈ ਉਹ ਤੇ ਤੂੰ ਹੀ ਹੈ ਨਾ, ਲੱਖਾਂ ਚੌਧਰੀ ਜੰਮਣ ਪਰ ਜੋ ਚੌਧਰੀ ਅਕਰਮ ਤੂੰ ਹੈ ਤੇਰੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਤੇ ਚੌਧਰੀ ਅਕਰਮ ਤੇਰੀਆਂ ਤੇ ਧੁੰਮਾਂ ਨੇ। ਚੌਧਰੀ ਅਕਰਮ ਤੂੰ ਤੇ ਜਦੋਂ ਦਾ ਆਪਣੇ ਪਿੰਡ ਦੇ ਵਿੱਚ ਪੈਦਾ ਹੋਇਆ ਨਾ, ਤੂੰ ਤੇ ਫੜ ਕੇ ਨੱਥ ਪਾ ਦਿੱਤੀ ਹੈ ਬੜਿਆਂ ਬੜਿਆਂ ਨੂੰ। ਠੀਕ ਤੇ ਉਹਨੇ ਯਾਨੀ 10-12 ਦਫਾ ਤੁਹਾਨੂੰ ਆਪਣੇ ਆਪ ਨੂੰ ਹੀ ਖੁਦ ਹੀ ਚੌਧਰੀ ਕਹਿ ਕੇ ਤੇ ਉਹਨੇ ਤੁਹਾਨੂੰ ਬਾਵਰ ਕਰਾ ਦੇਣਾ ਹੈ ਕਿ ਮੈਂ ਹੁਣ ਅੱਕੂ ਨਹੀਂ ਰਿਹਾ, ਮੈਂ ਅਕਰਮ ਨਹੀਂ ਰਿਹਾ, ਅੱਛਾ ਮੈਂ ਉਹ ਤੇਰਾ ਦੋਸਤ ਨਹੀਂ ਰਿਹਾ, ਮੈਂ ਹੁਣ ਚੌਧਰੀ ਬਣ ਗਿਆ। ਠੀਕ ਠੀਕ ਹੈ। ਉਸ ਕਿਸਮ ਦੇ ਜਿਹੜੇ ਚੌਧਰੀ ਨੇ, ਉਹਨਾਂ ਨੂੰ ਉਹਨਾਂ ਦੇ ਉੱਤੇ ਤਹਿਕੀਕ ਕੀਤੀ ਤੇ ਸਾਰਾ ਕੁਝ ਕੀਤਾ। ਠੀਕ ਹੈ ਤੇ ਫਿਰ ਇਹ ਨਜ਼ਮ ਦਾ ਇੱਕ ਇੱਕ ਸ਼ੇਰ ਜਿਹੜਾ ਨਾ ਉਹ ਮੈਂ ਲਿਖਿਆ, ਯਾਨੀ ਝੂਠ, ਮੁਬਾਲਗਾ, ਹਰ ਪੁੱਠਾ ਕੰਮ, ਗੌਰਮੈਂਟਾਂ ਦੇ ਪੈਸੇ ਖਾਣੇ, ਬੈਂਕਾਂ ਦੇ ਪੈਸੇ ਖਾਣੇ, ਕਰਜ਼ੇ ਲੈ ਕੇ ਮਾਫ ਕਰਾਉਣੇ, ਸਿਆਸਤ ਦੇ ਵਿੱਚ ਕਦਮ ਰੱਖਣਾ ਤੇ ਉੱਥੇ ਵੀ ਝੂਠ, ਬੇਈਮਾਨੀ, ਹੇਰਾ ਫੇਰੀ, ਇਹ ਸਾਰੀਆਂ ਝੂਠੀਆਂ ਗਵਾਹੀਆਂ, ਅਦਾਲਤਾਂ ਦੇ ਵਿੱਚ ਪਬਲਿਕ ਦੇ ਨਾਲ ਫਰਾਡ, ਪਬਲਿਕ ਦੇ ਨਾਮ ਤੇ, ਨਾਲੀਆਂ ਦੇ ਨਾਮ ਤੇ, ਸਕੂਲਾਂ ਦੇ ਨਾਮ ਤੇ ਪੈਸੇ ਇਕੱਠੇ ਕਰਨੇ, ਗੌਰਮੈਂਟ ਕੋਲ ਲੈਣੇ ਔਰ ਸਭ ਖਾ ਪੀ ਜਾਣੇ। ਅੱਛਾ ਇਹ ਸਾਰੀਆਂ ਠੱਗਬਾਜ਼ੀ, ਦੂਸਰਾ ਚੋਰੀਆਂ, ਡਕੈਤੀਆਂ, ਇਹਨਾਂ ਕੰਮਾਂ ਦੇ ਵਿੱਚ ਉਹ ਚੌਧਰੀ ਜਿਹੜਾ ਉਹ ਮੁਲਵਸ ਨਜ਼ਰ ਆਇਆ ਜਦੋਂ ਤਹਿਕੀਕ ਕੀਤੀ। ਇੱਕ ਭਾਰੀ ਅਕਸਰੀਅਤ ਉਹਨਾਂ ਦੀ। ਜਦੋਂ ਕਿ ਦੂਸਰੇ ਪਾਸੇ ਕੁਝ ਐਸੇ ਵੀ ਚੌਧਰੀ ਨੇ ਜਿਨ੍ਹਾਂ ਨੇ ਬੈਨ ਅਲ-ਅਕਵਾਮੀ ਸਤ੍ਹਾ ਦੇ ਉੱਤੇ ਆਪਣਾ ਨਾਮ ਪੈਦਾ ਕੀਤਾ। ਉਹਨਾਂ ਦੇ ਕੋਲੋਂ ਮੈਂ ਮਾਜ਼ਰਤ ਕੀਤੀ ਹੈ ਕਿ ਉਹਨਾਂ ਲੋਕਾਂ ਦੇ ਕੋਲੋਂ ਮਾਜ਼ਰਤ ਦੇ ਨਾਲ ਇਹ ਨਜ਼ਮ ਜਿਹੜੀ ਹੈ, ਮਾਜ਼ਰਤ ਖਾ ਮੈਂ ਉਹਨਾਂ ਚੌਧਰੀਆਂ ਤੋਂ ਜਿਹੜੇ ਵਾਕਈ ਨੇਕ ਦਿਲ ਨੇ ਤੇ ਉਹ ਚਾਰ ਦਰਵਾਜ਼ੇ ਵਾਲੇ ਚੌਧਰੀ ਹੈਗੇ ਨੇ, ਖਿਦਮਤ ਕਰਨ ਵਾਲੇ, ਉਹਨਾਂ ਕੋਲੋਂ ਮਾਜ਼ਰਤ ਨਾਲ। ਇਸ ਤਰੀਕੇ ਦੇ ਨਾਲ ਮਸਲਨ ਉਹ ਇੱਕ ਐਵੇਂ ਚੌਧਰੀ ਜਿਹੜਾ ਆਪਣੇ ਆਪ ਬਣਿਆ, ਉਹ ਕਹਿੰਦਾ ਕਿ ਨਹੀਂ, ਉਹ ਮੈਨੂੰ ਇਸ ਵੇਲੇ ਯਾਦ ਨਹੀਂ ਆ ਰਿਹਾ ਉਹਦਾ, ਚੰਗਾ ਭਲਾ ਸੁੱਤਾ ਦਿਨੇ ਉੱਠਿਆ ਦੇ ਚੌਧਰੀ, ਇੱਕ ਇਹ ਹੈ ਮਿਸਰਾ ਉਹਦਾ। ਆਖਦਾ ਓਬਾਮਾ ਨਾਲ ਹੁਣੇ ਗੱਲ ਹੋਈ ਸੀ। ਠੀਕ, ਤੂੰ ਇੱਥੇ ਬੈਠਾ, ਤੇਰੀ ਓਬਾਮਾ ਦੇ ਨਾਲ ਪਿੰਡ 'ਚ ਬੈਠਿਆਂ ਗੱਲ ਕਿੱਥੋਂ ਹੋ ਗਈ? ਆਖਦਾ ਓਬਾਮਾ ਨਾਲ ਹੁਣੇ ਗੱਲ ਹੋਈ ਸੀ, ਹਿਲਰੀ ਕਲਿੰਟਨ ਕੱਲ੍ਹ ਮੇਰੇ ਅੱਗੇ ਰੋਈ ਸੀ। ਠੀਕ, ਦੋਵਾਂ ਦੀ ਮੈਂ ਕੀਤੀ ਜਿਹੜੀ ਮੇਰੇ ਕੋਲੋਂ ਮੇਰੇ ਕੋਲੋਂ ਹੋਈ ਸੀ। ਕਹਿਣ ਲੱਗੇ ਸਾਡੇ ਨਾਲੋਂ ਉੱਤੋਂ ਦੀ ਉਹ ਚੌਧਰੀ, ਇੰਜ ਵੀ ਉਹ ਚੌਧਰੀ ਤੇ ਉਂਝ ਵੀ ਉਹ ਚੌਧਰੀ, ਮੰਨੇ ਨਾ ਕੋਈ ਮੰਨੇ ਭਾਵੇਂ ਉਹਨੇ ਰਹਿਣਾ ਚੌਧਰੀ। ਤੇ ਗੱਲ ਇਹ ਆ ਮੁਬਾਰਕ ਸਾਹਿਬ, ਇਹ ਤਕਲੀਫ ਦੀ ਗੱਲ ਹੈ, ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਰਦਾਰ ਲੋਕੀ ਸਮਝਦੇ ਸੀ, ਇੱਜ਼ਤ ਦਿੰਦੇ ਸੀ ਉਹਨਾਂ ਨੂੰ, ਉਹ ਅੱਜ ਠੱਗਾਂ ਤੇ ਚੋਰਾਂ
ਤੇ ਬੇਈਮਾਨਾਂ ਤੇ ਝੂਠਿਆਂ ਦੀ ਸਫ ਦੇ ਵਿੱਚ ਆ ਕੇ ਖਲੋ ਗਏ ਆਪਣੇ ਅਮਲੀ ਕਰੈਕਟਰ ਦੀ ਵਜ੍ਹਾ ਦੇ ਨਾਲ। ਇਹ ਦੁੱਖ ਦੀ ਗੱਲ ਹੈ, ਇਹ ਖੁਸ਼ੀ ਦੀ ਨਹੀਂ। ਇਸ ਨਜ਼ਮ ਪੜ੍ਹਨ ਵਾਲੇ ਤੇ ਇੰਜੋਏ ਕਰਦੇ ਨੇ, ਹੱਸਦੇ ਨੇ ਲੋਕੀ, ਬਹੁਤ ਸਾਰੀ ਦਾਦ ਵੀ ਦਿੰਦੇ ਨੇ, ਲੇਕਿਨ ਅੰਦਰ ਇਹਦੇ ਜਿਹੜਾ ਨਾ ਇੱਕ ਦੁੱਖ ਦਾ ਅਹਿਸਾਸ ਜਿਹੜਾ ਹੈ ਉਹ ਛੁਪਿਆ ਹੈ, ਜਿਹੜਾ ਉਹ ਕੌਮੀ ਦੁੱਖ ਹੈ ਕਿ ਮੇਰੀ ਕੌਮ ਦੇ ਵਿੱਚ, ਇਹ ਮੇਰੇ ਸਮਾਜ ਦੇ ਵਿੱਚ, ਮੇਰੇ ਕਲਚਰ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਕਿਉਂ ਪੈਦਾ ਹੋ ਗਏ। ਠੀਕ ਹੈ, ਜਿਨ੍ਹਾਂ ਨੇ ਇਨਸਾਨੀ ਕਦਰਾਂ ਜਿਹੜੀਆਂ ਸੋਹਣੀਆਂ ਸੀ ਉਹਨਾਂ ਨੂੰ ਮਜਰੂਹ ਕਰਕੇ ਰੱਖ ਦਿੱਤਾ, ਉਹਨਾਂ ਨੂੰ ਤਬਾਹ ਬਰਬਾਦ ਕਰਕੇ ਰੱਖਤਾ। ਇਹ ਗਰਜ਼ ਹੈ ਬੈਕਗਰਾਊਂਡ ਇਸ ਨਜ਼ਮ ਦੀ। ਤੇ ਮੇਰਾ ਖਿਆਲ ਹੈ ਕਿ ਤੁਸੀਂ ਸਮਝ ਗਏ ਹੋਗੇ ਸਾਰੀ ਮੇਰੀ ਗੱਲ ਨੂੰ। ਤੇ ਕੋਈ ਹੋਰ ਗੱਲ ਇਹਦੇ ਬਾਰੇ ਤੇ ਮੇਰਾ ਖਿਆਲ ਰਹਿ ਨਹੀਂ ਗਈ ਹੈ। ਨਹੀਂ ਬਸ਼ਾਰਤ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੇ ਬਹੁਤ ਮਿਹਰਬਾਨੀ ਤੁਹਾਡੀ। ਅੱਲਾਹ ਤਾਲਾ ਸਲਾਮਤ ਰੱਖੇ। ਅੱਲਾਹ ਹਾਫਿਜ਼, ਅੱਲਾਹ ਹਾਫਿਜ਼, ਅੱਲਾਹ ਹਾਫਿਜ਼।